ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦਾ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬੈਂਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਭੱਠ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਦਰ ਦਰਵਾਜੇ ਜਾਏ ਕੈ, ਕਿਉਂ ਡਿਠੋ ਘੜਿਆਲ। ਇਹੋ ਨਿਦੋਸ਼ਾਂ ਮਾਰੀਐ, ਹਮ ਦੋਸ਼ਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ, ਪਹਿਰੀ ਲਹਿ ਸਜਾਏ। ਸੋਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮੇਘੇ ਨੂੰ ਫੁਰਮਾਨ ਹੋਆ, ਵਰਸੋ ਕਿਰਪਾ ਧਾਰ। ਵਰਸੋ ਕਿਰਪਾ ਧਾਰ, ਵਰਸੋ ਕਿਰਪਾ ਧਾਰ। ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਇਸ ਪੋਹ ਦੇ ਮਹੀਨੇ ਦੇ ਵਿੱਚ ਸਾਨੂੰ ਮਾਲਕ ਨੇ ਆਲਸ ਛੱਡ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਜਣ ਦਾ ਸੋਹਣਾ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਆਓ ਆਪਾਂ ਹੁਣ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਤੇ ਅਦਬ ਸਹਿਤ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸ਼ਹੀਦਾਂ ਦੇ ਸਿਰਤਾਜ ਅਤੇ ਸ਼ਾਂਤੀ ਦੇ ਪੁੰਜ, ਬੜੇ ਹੀ ਮਿੱਠ ਬੋਲੜੇ ਪਿਆਰੇ ਪ੍ਰੀਤਮ ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ ਜੈਤਸਰੀ ਦੇ ਵਿੱਚ, ਰਾਗ ਜੈਤਸਰੀ ਦੇ ਵਿੱਚ 705 ਅੰਗ ਤੋਂ ਆਰੰਭ ਹੋ ਕੇ 706 ਅੰਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਜਦੋਂ ਵੀ ਆਪਾਂ ਸਹਿਜ ਪਾਠ ਪ੍ਰਕਾਸ਼ ਕਰਵਾਉਂਦੇ ਹਾਂ
ਜਾਂ ਅਖੰਡ ਪਾਠ ਸਾਹਿਬ ਉਸ ਵੇਲੇ ਜੋ ਮੱਧ ਭਾਗ ਵਿੱਚ ਆ ਕੇ ਹੁਕਮਨਾਮਾ ਲੈਂਦੇ ਹਾਂ, ਇਹ ਉਹੀ ਹੁਕਮਨਾਮਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਦੁਨੀਆ 'ਚ ਜਿੰਨੀਆਂ ਵੀ ਚੀਜ਼ਾਂ ਆਪਾਂ ਅੱਖਾਂ ਦੇ ਨਾਲ ਦੇਖਦੇ ਹਾਂ, ਜਾਂ ਤਾਂ ਬ੍ਰਹਿਮੰਡ ਦੇ ਵਿੱਚ ਕੁਝ ਬਣ ਰਿਹਾ ਹੈ, ਜਾਂ ਵੱਧ ਰਿਹਾ ਹੈ, ਜਾਂ ਘਟ ਰਿਹਾ ਹੈ, ਜਾਂ ਮਿਟ ਰਿਹਾ ਹੈ। ਭਾਵ ਕੋਈ ਵੀ ਚੀਜ਼ ਸਥਿਰ ਨਹੀਂ ਖੜੀ। ਬ੍ਰਹਿਮੰਡ ਦੇ ਵਿੱਚ ਕੁਝ ਨਾ ਕੁਝ ਵਾਪਰ ਰਿਹਾ। ਸਾਡਾ ਵੀ ਇਹ ਸਰੀਰ ਇੱਕ ਜਗ੍ਹਾ ਨਹੀਂ ਖੜਿਆ ਹੋਇਆ। ਜਾਂ ਤਾਂ ਜਿਵੇਂ ਕਿ ਸੂਰਜ ਦੀ ਰੌਸ਼ਨੀ ਜਿਹਦੇ ਤੇ ਪੈ ਰਹੀ ਆ, ਜਾਂ ਤਾਂ ਉਹ ਪੱਕ ਰਿਹਾ ਹੈ, ਜਾਂ ਮੁਰਝਾ ਰਿਹਾ ਹੈ। ਇਸ ਕਰਕੇ ਜਾਂ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਬੱਚੇ ਦਾ ਜਨਮ ਹੋ ਗਿਆ, ਹੁੰਦਿਆਂ ਸਾਰ ਹੀ ਤੇ ਉਹਦਾ ਜਿਹੜਾ ਸਫ਼ਰ ਹੈ ਉਹ ਖਤਮ ਹੋਣ ਵਾਲਾ। ਜਿਵੇਂ ਸੂਰਜ ਚੜ੍ਹ ਗਿਆ, ਚੜ੍ਹਦੇ ਸਾਰ ਹੀ ਛਿਪਣ ਦੇ ਵੱਲ ਜਾ ਰਿਹਾ ਹੈ। ਫੁੱਲ ਖਿੜ ਗਿਆ, ਉਹ ਮੁਰਝਾਉਣ ਵੱਲ ਜਾ ਰਿਹਾ ਹੈ। ਜਿੰਨਾ ਵੀ ਕੁਝ ਅੱਖਾਂ ਦੇ ਨਾਲ ਦੇਖ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ। ਕੋਈ ਵੀ ਚੀਜ਼ ਪੂਰਨ ਨਹੀਂ ਹੈ, ਭਾਵ ਅਧੂਰੀ ਆ। ਜਿੰਨੀ ਵੀ ਅਸੀਂ ਵੇਖ ਰਹੇ ਹਾਂ, ਇਨਸਾਨ ਵੀ ਅਧੂਰਾ ਹੀ ਆ। ਕਿਉਂਕਿ ਇੱਦਾਂ ਵਿਦਵਾਨਾਂ ਨੇ ਬੜੇ ਬਰੀਕੀ ਵਿੱਚ ਗੱਲਾਂ ਕੀਤੀਆਂ ਨੇ, ਰਿਸ਼ੀਆਂ ਮੁਨੀਆਂ ਨੇ। ਮਹਾਰਾਜ ਨੇ ਵੀ ਇਸ ਗੱਲ ਦੀ ਹਾਮੀ ਭਰੀ ਆ ਕਿ ਪੁਰਖ ਮੈਂ ਹੈ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਸੁਕਰਾਤ ਦਾ ਇੱਕ ਸ਼ਿਸ਼ ਹੋਇਆ ਹੈ, ਚੇਲਾ ਹੋਇਆ, ਜਿਹਦਾ ਨਾਮ ਪਲੈਟੋ ਸੀ। ਤੇ ਜਦੋਂ ਉਹ ਕਚਹਿਰੀ ਦੇ ਵਿੱਚ ਜਾਂਦਾ ਸੀ, ਆਮ ਬੰਦੇ ਤੋਂ ਧਾਰਮਿਕ ਗ੍ਰੰਥਾਂ ਤੇ ਹੱਥ ਰਖਾਉਂਦੇ ਨੇ ਜੱਜ ਜਿਹੜਾ ਹੁੰਦਾ ਕਿ ਤੂੰ ਇਹਦੇ ਹੱਥ ਰੱਖ ਕੇ ਕਹਿ, ਜੋ ਕਹੇਗਾ ਸੱਚ ਕਹੇਗਾ। ਪਰ ਉਹਦੇ ਤੋਂ ਇਦਾਂ ਨਹੀਂ ਸੀ ਕਿਹਾ ਜਾਂਦਾ, ਕਿਉਂਕਿ ਉਹ 'ਤੇ ਵਿਸ਼ਵਾਸ ਸੀ ਸਾਰਿਆਂ ਨੂੰ ਕਿ ਪਲੈਟੋ ਜੋ ਕਹਿੰਦਾ ਹੈ ਸੱਚ ਹੀ ਕਹਿੰਦਾ। ਉਹਨੂੰ ਗਵਾਹੀ ਦੇਣ ਲਈ ਕਿਸੇ ਵੀ ਧਾਰਮਿਕ ਪੁਸਤਕ 'ਤੇ ਹੱਥ ਨਹੀਂ ਸੀ ਰੱਖਣਾ ਪੈਂਦਾ। ਜੱਜ ਦਾ ਵੀ ਉਹਦੇ 'ਤੇ ਇੰਨਾ ਵਿਸ਼ਵਾਸ ਸੀ ਕਿ ਪਲੈਟੋ ਜੋ ਕਹੇਗਾ ਸੱਚ ਕਹੇਗਾ। ਤਾਂ ਉਹ ਲਿਖਦਾ ਹੈ ਆਪਣੀਆਂ ਲਿਖਤਾਂ ਵਿੱਚ, ਸੁਕਰਾਤ ਦਾ ਇਹ ਚੇਲਾ ਹੋਇਆ ਸੀ ਤੇ ਕਹਿੰਦਾ ਹੈ ਕਿ ਹਰ ਇੱਕ ਇਸਤਰੀ ਅਰਧ ਅੰਗਾ, ਹਰ ਇੱਕ ਮਰਦ ਅਰਧ ਅੰਗਾ, ਅੱਧਾ ਹੈ। ਸੰਪੂਰਨ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਹੀ ਆ, ਪੂਰਾ ਤਾਂ ਗੁਰੂ ਹੀ ਆ। ਮਰਦ ਅਧੂਰਾ ਹੈ, ਇਸਤਰੀ ਅਧੂਰੀ ਹੈ। ਇਹਨਾਂ ਵਿੱਚ ਅੱਧਾ ਅੰਗ ਹੈ। ਹਰ ਮਰਦ ਵਿੱਚ ਅੱਧੀ ਇਸਤਰੀ ਹੈ, ਹਰ ਇਸਤਰੀ ਵਿੱਚ ਅੱਧਾ ਮਰਦ ਲੁਕਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਥੇ ਮੋਹਰ ਲਾਈ ਆ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ। ਮਰਦ ਵਿੱਚ ਇਸਤਰੀ ਦੇ ਕਣ, ਇਸਤਰੀ ਵਿੱਚ ਮਰਦ ਦੇ ਕਣ ਮੌਜੂਦ ਨੇ। ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਕਿਉਂਕਿ ਮਾਤਾ ਪਿਤਾ ਤੋਂ ਇਹ ਸਰੀਰ ਦੀ ਬਣਤ ਜਿਹੜੀ ਬਣਦੀ ਆ, ਘਾੜਤ ਘੜੀ ਜਾਂਦੀ ਆ, ਤਾਂ ਦੋਨਾਂ ਦੇ ਅੰਸ਼ ਵਿੱਚ ਮੌਜੂਦ ਨੇ। ਤਾਂ ਪਲੈਟੋ ਲਿਖਦਾ ਹੈ ਆਪਣੀਆਂ ਲਿਖਤਾਂ ਵਿੱਚ, ਬਿਲਕੁਲ ਸਾਧੂ ਸੰਤ ਹੈ, ਜੋ ਕਿਹਾ ਉਹਨੇ ਸੱਚ ਕਿਹਾ। ਮਹਾਰਾਜ ਨੇ ਵੀ ਹਾਮੀ ਭਰੀ ਆ ਕਿ ਅਰਧ ਅੰਗ ਜਿਹੜਾ ਨਾ ਉਹ ਸੰਪੂਰਨ ਹੋਣਾ ਲੋਚਦਾ ਹੈ। ਮੰਨ ਲਓ ਇਸਤਰੀ ਦੇ ਅੰਦਰ ਅਰਧ ਅੰਗ ਹੈ ਮਰਦ ਦਾ, ਮਰਦ ਦੇ ਅੰਦਰ ਅੱਧੀ ਇਸਤਰੀ ਆ। ਗੁਰੂ ਨਾਨਕ ਸਾਹਿਬ ਜੀ ਉਹ ਅੱਧੀ ਪੂਰਾ ਹੋਣਾ ਲੋਚਦੀ ਆ। ਤਾਂ ਇਹਨਾਂ ਨੂੰ ਪੂਰਾ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਿਧੀ ਬਣਾਈ, ਉਹਨੂੰ ਨਾਮ ਦਿੱਤਾ ਹਰ ਪਹਿਲੜੀ ਲਾਭ, ਹਰ ਦੂਜੜੀ ਲਾਭ, ਤੀਜੜੀ ਚੌਥੜੀ ਲਾਭ, ਆਨੰਦ ਕਾਰਜ, ਖੁਸ਼ੀ ਦਾ ਕਾਰਜ।
ਚਾਵਾਂ ਦਾ ਕਾਰਜ। ਕਿਉਂ? ਕਿਉਂਕਿ ਇਸ ਦਿਨ ਕੀ ਮਠਿਆਈਆਂ ਬਣਦੀਆਂ ਨੇ, ਤਾਂ ਪਕੌੜੇ ਬਣਦੇ ਨੇ? ਨਹੀਂ, ਅੱਜ ਅਰਧ ਅੰਗ ਸੰਪੂਰਨ ਹੋ ਰਿਹਾ। ਮਰਦ ਦੇ ਅੰਦਰ ਅੱਧੀ ਇਸਤਰੀ, ਇਸਤਰੀ ਦੇ ਅੰਦਰ ਅੱਧਾ ਮਰਦ ਲੁਕਿਆ ਹੋਇਆ। ਅੱਜ ਅੱਧਾ ਅੰਗ ਅੱਧੇ ਅੰਗ ਨਾਲ ਮਿਲ ਰਿਹਾ ਹੈ। ਇਹ ਸੰਪੂਰਨ ਹੋ ਰਹੇ ਨੇ। ਇਹਨੂੰ ਖੁਸ਼ੀ ਦਾ ਕਾਰਜ ਕਹੋ। ਇਹ ਮਹਾਰਾਜ ਨੇ ਇਹਨੂੰ ਇਹ ਨਾਮ ਦਿੱਤਾ। ਇਹ ਗੱਲ ਮੈਂ ਤਾਂ ਆਖ ਰਿਹਾ ਪਿਆਰਿਓ, ਇੱਕ ਦੂਜੇ ਪ੍ਰਤੀ ਜਿਹੜੀ ਕਸ਼ਿਸ਼ ਹੈ, ਮਰਦ ਇਸਤਰੀ, ਇਹ ਜਿਹੜੀ ਕਸ਼ਿਸ਼ ਹੈ, ਖਿੱਚ ਆ, ਉਹ ਅਰਧ ਅੰਗ ਜੋ ਅੰਦਰ ਹੈ ਉਸ ਪੂਰਾ ਹੋਣਾ ਚਾਹੁੰਦਾ। ਅਸੀਂ ਅਧੂਰੇ ਹਾਂ। ਹੁਕਮਨਾਮਾ ਹੈ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪਰਮਾਤਮਾ ਪੂਰਨ, ਅਸੀਂ ਅਧੂਰੇ ਹਾਂ। ਇਤਨੇ ਅਧੂਰੇ ਹਾਂ, ਇਤਨੇ ਅਧੂਰੇ ਹਾਂ। ਪਲੈਟੋ ਕਹਿੰਦਾ ਬੰਦੇ ਨੂੰ ਸਾਰੀ ਜ਼ਿੰਦਗੀ ਆਪਣਾ ਅੱਧ ਨਹੀਂ ਲੱਭਦਾ। ਭਾਵ ਕਿ ਬੰਦਾ ਆਪਣੇ ਅੱਧ ਨੂੰ ਲੱਭਦਾ ਜਨਮ ਤੋਂ ਲੈ ਕੇ ਮੌਤ ਤੱਕ, ਮਰਨ ਤੱਕ, ਕਿ ਮੈਨੂੰ ਮੇਰਾ ਅੱਧ ਮਿਲ ਜੇ, ਜਿਹੜਾ ਅਰਧ ਅੰਗ ਆ ਮੇਰਾ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ। ਪਰ ਬੰਦੇ ਨੂੰ ਉਹ ਮਿਲਦਾ ਨਹੀਂ, ਜਿਹਦੇ ਕਰਕੇ ਇਹ ਅਧੂਰਾ ਹੀ ਪੈਦਾ ਹੁੰਦਾ ਹੈ, ਅਧੂਰਾ ਹੀ ਜ਼ਿੰਦਗੀ ਜਿਉਂਦਾ ਹੈ, ਤੇ ਗੁਰੂ ਤੋਂ ਬਿਨਾਂ ਉਹ ਕਹਿੰਦਾ ਅਧੂਰਾ ਹੀ ਮਰ ਜਾਂਦਾ ਹੈ। ਸਤਿਗੁਰ ਮਿਲਿਆ ਪੂਰੀ ਪਈ। ਇਹਦੇ ਅਰਥ ਇਹੀ ਆ, ਜਦੋਂ ਮੈਂ ਗੁਰੂ ਨੂੰ ਮਿਲਿਆ ਉਦੋਂ ਮੈਂ ਸੰਪੂਰਨ ਹੋ ਗਿਆ। ਬੂੰਦ ਸਮੁੰਦਰ ਵਿੱਚ ਜਾ ਕੇ ਮਿਲ ਗਈ ਆ, ਮੈਂ ਪੂਰਾ ਹੋ ਗਿਆ। ਪੂਰੇ ਨੂੰ ਸੁਣ ਕੇ ਹੀ ਕੋਈ ਪੂਰਾ ਹੁੰਦਾ ਹੈ। ਸੰਪੂਰਨ ਗੁਰੂ ਦੇ ਨਾਲ ਜੁੜ ਕੇ ਹੀ ਕਿਸੇ ਦਾ ਅੱਧਾ ਅੰਗ ਪੂਰਾ ਹੁੰਦਾ ਹੈ, ਅਰਧ ਅੰਗ ਨਹੀਂ। ਸਾਰੀ ਜ਼ਿੰਦਗੀ ਬੰਦਾ ਭਟਕਦਾ ਹੈ। ਕਈ ਇੱਦਾਂ ਦੇ ਨੇ, ਉਹਨਾਂ ਦੀਆਂ ਸ਼ਾਦੀਆਂ ਵੀ ਹੋ ਗਈਆਂ, ਆਨੰਦ ਕਾਰਜ ਵੀ ਹੋ ਗਏ, ਪਰ ਉਹਨਾਂ ਦਾ ਅਰਧ ਅੰਗ ਸੰਪੂਰਨ ਨਹੀਂ ਹੋਇਆ, ਤੇ ਪਤਨੀ ਪਤੀ ਨੂੰ ਛੱਡ ਕੇ, ਪਤੀ ਪਤਨੀ ਨੂੰ ਛੱਡ ਕੇ ਬਾਹਰ ਅਰਧ ਅੰਗ ਲੱਭਦੇ ਨੇ ਆਪਣਾ। ਤਾਂ ਇਹ ਚੀਜ਼ਾਂ ਤੁਸੀਂ ਜਾਣਦੇ ਹੋ, ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ। ਜੋ ਸਮਾਜ ਵਿੱਚ ਹੁੰਦਾ, ਮੈਂ ਤਾਂ ਦਰਅਸਲ ਇਹ ਕਹਿਣਾ ਚਾਹੁੰਦਾ ਕਿ ਗੁਰੂ ਪੂਰਾ ਹੈ। ਪੂਰੇ ਨਾਲ ਜੁੜ ਕੇ ਹੀ ਆਪਦੇ ਅੱਧ ਨੂੰ, ਪਲੈਟੋ ਕਹਿੰਦਾ, ਗੁਰੂ ਨਾਲ ਜੁੜ ਕੇ ਤੇ ਪੂਰਾ ਹੋਇਆ ਜਾ ਸਕਦਾ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਦਿਨ ਮੈਂ ਰੈਣ, ਰੈਣ ਮੈਂ ਦਿਨੀਅਰ। ਬੂੰਦ ਮੈਂ ਸਾਗਰ, ਸਾਗਰ ਮੈਂ ਬੂੰਦ। ਕੌਣ ਬੁੱਝੇ ਬਿਦ ਜਾਣੈ। ਨਿੱਕੀ ਨਿੱਕੀ ਕਣੀ ਹੁੰਦੀ ਆ, ਨਿੱਕੀ ਨਿੱਕੀ ਬੂੰਦ ਹੁੰਦੀ ਆ, ਇਕੱਠੀਆਂ ਹੋ ਕੇ ਸਮੁੰਦਰ ਬਣ ਜਾਂਦੀਆਂ ਨੇ। ਹੈ ਤਾਂ ਬੂੰਦਾਂ ਹੀ, ਉਹ ਇਕੱਠੀਆਂ ਹੋਈਆਂ ਨੇ। ਇੱਦਾਂ ਹੀ ਇੱਕ ਇੱਕ ਵਿਕਾਰ ਇਕੱਠਾ ਹੋ ਕੇ ਬੰਦੇ ਦੇ ਅੰਦਰ ਬਹੁਤ ਵੱਡਾ ਤੂਫਾਨ ਖੜਾ ਕਰ ਦਿੰਦਾ ਹੈ। ਤਾਂ ਕਿਹਾ ਜਾਂਦਾ ਕਿ ਮਾੜੀ ਆਦਤ ਬਣਾਉਣ ਤੋਂ ਪਹਿਲਾਂ ਲੱਖ ਵਾਰੀ ਸੋਚੋ। ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਅੰਗੋਰਿਆਂ ਦੀ ਆ ਇਹ, ਤੇ ਲਾ ਆਫ ਅਟਰੈਕਸ਼ਨ ਇਹਦਾ ਨਾਮ ਹੈ। ਤੇ ਉਹ ਕਹਿੰਦੇ ਨੇ ਕਿ ਆਕਰਸ਼ਣ ਦਾ ਜਿਹੜਾ ਨਿਯਮ ਆ ਨਾ, ਇਹ ਇੱਦਾਂ ਹੈ, ਇਹੋ ਜਿਹੀ ਚੀਜ਼ ਆ। ਮੰਨ ਲਓ ਤੁਸੀਂ ਅੱਜ ਕੋਈ ਗਲਤ ਚੀਜ਼ ਕੀਤੀ ਆ, ਇਹਨੇ ਹੋਰ ਗਲਤ ਚੀਜ਼ਾਂ ਨੂੰ ਆਪਣੇ ਵੱਲ ਖਿੱਚਣਾ। ਤੁਸੀਂ ਕੁਝ ਅੱਜ ਗਲਤ ਕਰ ਬੈਠੇ, ਤਾਂ ਇਹਨੇ ਕੀ ਕਰਨਾ, ਹੋਰ ਗਲਤ ਚੀਜ਼ਾਂ ਨੂੰ ਆਪਣੇ ਵੱਲ ਖਿੱਚਣਾ ਹੈ ਕਿ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਆਵਾਂ, ਇਕੱਲੀ ਨਾ ਰਹਾਂ। ਕਿਉਂਕਿ ਹਰ ਚੀਜ਼ ਸਾਥ ਭਾਲਦੀ ਆ, ਹਰ ਚੀਜ਼, ਤੇ ਵਿਕਾਰ ਵੀ ਸਾਥ ਭਾਲਦੇ ਆ। ਉਹ ਕਹਿੰਦੇ ਮੈਂ ਇਕੱਲੇ ਨੇ ਨਹੀਂ ਰਹਿਣਾ। ਇੱਕ ਆਦਤ ਹੋਰ, ਸ਼ਰਾਬ ਪੀਣੀ ਆਦਤ। ਫਿਰ ਕਹਿੰਦਾ ਨਹੀਂ ਨਹੀਂ, ਜੂਆ ਖੇਡ ਨਾਲ। ਫਿਰ ਉਹ ਕਹਿੰਦਾ ਨਹੀਂ, ਘਰ ਜਾ ਕੇ ਗਾਲਾਂ ਵੀ ਕੱਢ, ਨਹੀਂ ਸਾਰਾ ਕੁਝ ਵੇਚ ਦੇ, ਨਹੀਂ ਤੇ ਹੋਰਾਂ ਦੇ ਦਿਲ ਤੋੜ ਦੇ। ਇੱਦਾਂ ਇੱਕ ਚੀਜ਼ ਦੂਜੀ ਚੀਜ਼ ਨੂੰ ਖਿੱਚਦੀ ਆ। ਲਾ ਆਫ ਅਟਰੈਕਸ਼ਨ ਇੱਦਾਂ ਦਾ ਹੈ। ਮਹਾਰਾਜ ਵੀ ਕਹਿੰਦੇ ਨੇ, ਜਦੋਂ ਤੂੰ ਬੰਦਿਆ ਮਾੜੀ ਆਦਤ ਪਕਾ ਲਈ, ਫਿਰ ਉਹਨੂੰ ਬਦਲਣਾ ਬਹੁਤ ਔਖਾ। ਤੂੰ ਆਦਤ ਬਣਾਉਣ ਤੋਂ ਪਹਿਲਾਂ ਹੀ ਸੋਚ। ਆਦਤ ਜਿਹੜੀ ਆ ਨਾ, ਜੇ ਉਹ ਪੱਕ ਗਈ, ਮੱਥ ਹੈ ਜੋ ਤੁਰ ਲਿਖਿਆ, ਸੋ ਮੇਟ ਨਾ ਸਕੈ ਕੋਏ।
ਇਸੇ ਜੈਸਾ ਬੀਜੈ ਸੋ ਲੁਣੈ, ਕਰਮਾਂ ਸੰਧੜਾ ਖੇਤ। ਬੀਜ ਬੀਜਣ ਤੋਂ ਪਹਿਲਾਂ ਸੋਚ, ਬੀਜ ਕੇ ਤੇ ਉਹਨੂੰ ਪਾਣੀ ਪਾ ਕੇ ਫਿਰ ਨਹੀਂ ਕੋਈ ਫਾਇਦਾ। ਪਹਿਲਾਂ ਸੋਚ, ਮੈਂ ਕੰਡੇ ਬੀਜਣੇ ਨੇ, ਮੈਂ ਫੁੱਲ ਬੀਜਣੇ ਨੇ। ਚੰਗੀਆਂ ਆਦਤਾਂ ਭਾਵੇਂ ਮਹਿੰਗੀਆਂ ਨਹੀਂ ਹੁੰਦੀਆਂ। ਕਿਤਾਬ ਪੜ੍ਹ ਰਿਹਾ ਸੀ ਮੈਂ ਇੱਕ ਮਾਲਾ ਮਣ ਕੇ, ਚੰਗੀਆਂ ਆਦਤਾਂ ਭਾਵੇਂ ਮਹਿੰਗੀਆਂ ਨਹੀਂ ਹੁੰਦੀਆਂ, ਪਰ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਜ਼ਰੂਰੀ ਨਹੀਂ ਵੀ ਜਿਹੜੀ ਮਹਿੰਗੀ ਆਦਤ ਆ ਉਹ ਚੰਗੀ ਹੋਈ ਹੋਊਗੀ, ਅਤੇ ਜ਼ਰੂਰੀ ਨਹੀਂ ਜਿਹੜੀ ਚੰਗੀ ਆਦਤ ਆ ਉਹ ਮਹਿੰਗੀ ਹੋਊਗੀ। ਉਹਨੂੰ ਪੈਸੇ ਲੱਗਣਗੇ ਬਣਾਉਣ ਲਈ, ਕਮਾਉਣ ਲਈ। ਇਹ ਤੁਹਾਡੇ 'ਤੇ ਆ ਵੀ ਤੁਸੀਂ ਕਿਹੜੀਆਂ ਆਦਤਾਂ ਬਣਾਉਂਦੇ ਹੋ, ਕਿਉਂਕਿ ਇੱਕ ਚੰਗੀ ਆਦਤ ਨੂੰ ਸੱਦਾ ਦਿੰਦੀ ਆ, ਇੱਕ ਮਾੜੀ ਆਦਤ ਨੂੰ ਸੱਦਾ ਦਿੰਦੀ ਆ, ਇੱਕ ਵਿਕਾਰਾਂ ਦੇ ਕਾਫਲੇ ਨੂੰ ਸੱਦਾ ਦਿੰਦਾ ਹੈ। ਇਸ ਕਰਕੇ ਆਪਾਂ ਚੰਗੇ ਹੀ ਬਣਨਾ ਹੈ। ਸਾਂਝ ਕਰੀਜਾ ਗੁਣਾਂ ਕੇਰੀ, ਛੋੜ ਅਵਗੁਣ ਚੱਲੀਐ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਸਾਖੀ ਆਉਂਦੀ ਹੈ, ਬੜੀ ਪਿਆਰੀ ਆ, ਵੱਧ ਸਮਝ ਜਾਵੋਗੇ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਆਪਦੀ ਫੇਰੀ ਦੇ ਵਿੱਚ, ਜਗਤ ਫੇਰੀ ਵਿੱਚ ਭਾਈ ਲਾਲੋ ਜੀ ਨੂੰ ਕਾਫੀ ਵਾਰ ਇਤਿਹਾਸਕਾਰ ਕਹਿੰਦੇ ਮਿਲੇ ਨੇ। ਭਾਈ ਲਾਲੋ ਜੀ ਦੇ ਹੀ ਨਗਰ ਦੇ ਵਿੱਚ ਇੱਕ ਮਲਕ ਭਾਗੋ ਨਾਮ ਦਾ ਵਿਅਕਤੀ ਰਹਿੰਦਾ ਸੀ। ਸੇਠ ਸੀ ਕੋਈ, ਬਹੁਤ ਜ਼ਿਆਦਾ ਪੈਸੇ ਸੀ ਉਹਦੇ ਕੋਲੇ, ਤੇ ਉਹ ਸਾਰਾ ਪੈਸਾ ਉਹਨੇ ਗਲਤ ਤਰੀਕੇ ਨਾਲ ਜੋੜਿਆ ਹੋਇਆ ਸੀ। ਦੇਖੋ, ਇੱਕ ਗਲਤ ਚੀਜ਼ ਨੂੰ ਸੱਦਾ ਕਿਵੇਂ ਦਿੰਦੀ ਹੈ, ਇਹ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ। ਉਹ ਕੀ ਕਰਦਾ ਸੀ, ਮੰਨ ਲਓ 365 ਦਿਨ ਹੁੰਦੇ ਨੇ ਸਾਲ ਦੇ ਵਿੱਚ, 364 ਦਿਨ ਤਾਂ ਉਹਨੇ ਪੂਰੇ ਪਾਪ ਕਰਨੇ ਰੱਜ ਕੇ। ਕਿਵੇਂ ਅਸੀਂ ਅਧੂਰੇ ਹਾਂ ਇਹ ਤੁਹਾਨੂੰ ਪਤਾ ਲੱਗੂ। ਤੇ 365ਵੇਂ ਦਿਨ ਉਹਨੇ ਭੋਜ ਕਰਨਾ। ਕਹਿੰਦਾ ਹੁੰਦਾ ਸੀ ਮੈਂ ਬ੍ਰਹਮ ਭੋਜ ਕਰਨਾ। ਧੱਕੇ ਨਾਲ ਸਾਧੂ ਸੰਤਾਂ ਨੂੰ ਬੁਲਾਉਂਦਾ ਹੁੰਦਾ ਸੀ ਕਿ ਆਓ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਇੱਦਾਂ ਮੇਰੇ ਪਾਪ ਉਹਨੂੰ ਲੱਗਦਾ ਸੀ ਲੈ ਜਾਣਗੇ। ਇੱਦਾਂ ਦੀ ਉਹਦੀ ਮਤਲਬ ਕਿ ਸੋਚਣੀ ਸੀ। ਗੁਰੂ ਨਾਨਕ ਸਾਹਿਬ ਜੀ ਵੀ ਉਸ ਦਿਨ ਆਏ ਹੋਏ ਸੀ। ਇੱਕ ਵਿਧੀ ਸੀ ਇਹ ਤਾਂ ਉਹਨੂੰ ਤਾਰਨ ਦੀ। ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਭਾਈ ਲਾਲੋ ਜੀ ਦੇ ਘਰ ਵਿੱਚ ਸਨ ਤਾਂ ਇੱਕ ਢੋਲਚੀ ਢੋਲ ਲੈ ਕੇ ਢੰਡੋਰਾ ਦੇ ਰਿਹਾ ਸੀ। ਅੱਜ ਮਲਕ ਭਾਗੋ ਦੇ ਘਰ ਬ੍ਰਹਮ ਭੋਜ ਆ, ਉੱਥੇ ਮਾਲ ਪੂੜੇ ਬਣਦੇ ਨੇ, ਖੀਰ ਬਣਨੀ ਆ, ਕਈ ਤਰ੍ਹਾਂ ਦੇ ਪਦਾਰਥ ਆ, ਸਾਰੇ ਪਹੁੰਚੋ, ਹਮਾ ਕੇ ਜ਼ਰੂਰ ਆਓ। ਬੜਾ ਉੱਥੇ ਇਕੱਠ ਸੀ। ਮਲਕ ਭਾਗੋ ਪੁੱਛਦਾ ਹੈ ਆਪਦੇ ਨੌਕਰਾਂ ਨੂੰ, ਕਹਿੰਦਾ ਕੀ ਸਾਰੇ ਆ ਗਏ ਨੇ, ਕੀ ਸਾਰੇ ਪਹੁੰਚ ਗਏ ਨੇ, ਸਾਧੂ ਸੰਤ ਫਕੀਰ ਪੀਰ ਜਿੰਨੇ ਵੀ ਨੇ? ਉਹ ਕਹਿੰਦੇ ਜੀ ਹਾਂ ਸਾਰੇ ਤਾਂ ਆ ਗਏ, ਪਰ ਇੱਕ ਨਹੀਂ ਆਇਆ। ਉਹ ਆਪਣੇ ਇੱਥੇ ਰਹਿ ਰਿਹਾ ਹੈ, ਲਾਲੋ ਦੇ ਘਰੇ ਹੈ, ਉਹ ਨਹੀਂ ਆਇਆ। ਕਹਿੰਦਾ ਇੱਦਾਂ ਕਿਉਂ ਨਹੀਂ ਆਇਆ? ਕਹਿੰਦੇ ਪਤਾ ਨਹੀਂ, ਤੁਸੀਂ ਸੱਦਣ ਨਹੀਂ ਗਏ? ਕਹਿੰਦੇ ਗਏ ਸਾਂ ਪਰ ਉਹ ਆਇਆ ਨਹੀਂ। ਢੋਲ ਲੈ ਕੇ ਵੀ ਅਸੀਂ ਕਿਹਾ ਵੀ ਪਹੁੰਚੋ, ਢੰਡੋਰਾ ਜੀ ਨੂੰ ਪਟਵਾਉਣਾ ਕਹਿੰਦੇ ਆ, ਪਰ ਨਹੀਂ ਆਇਆ ਕੋਈ। ਆਪ ਆਇਆ ਸੀ ਲੈਣ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਾਲਕ ਅਸੀਂ ਤੇਰੇ ਘਰੇ ਪ੍ਰਸ਼ਾਦਾ ਨਹੀਂ ਛਕ ਸਕਦੇ, ਸਾਡੀ ਕੋਈ ਇਹ ਮਜਬੂਰੀ ਹੈ। ਪੁੱਛਿਆ ਸੀ ਉਹਦੇ ਪਿੱਛੇ ਕੀ ਮਜਬੂਰੀ ਆ? 364 ਦਿਨ ਤੂੰ ਕਹਿੰਦੇ ਪੂਰੇ ਪਾਪਾਂ ਨਾਲ ਧਨ ਜੋੜਦਾ ਹੈ, ਤੇ 365ਵੇਂ ਦਿਨ ਤੂੰ ਲੰਗਰ ਲਾ ਦਿੰਦਾ ਉਹ ਪਾਪਾਂ ਦੀ ਕਮਾਈ ਦਾ। ਤੇਰੀ ਰੋਟੀ ਦੇ ਵਿੱਚ ਸਾਨੂੰ ਖੂਨ ਨਜ਼ਰ ਆਉਂਦਾ ਹੈ ਉਹਨਾਂ ਗਰੀਬਾਂ ਦਾ ਜਿਨ੍ਹਾਂ ਨੂੰ ਤੂੰ ਉਹਨਾਂ ਦੇ ਹੱਕਾਂ ਨੂੰ ਮਾਰ ਕੇ ਆਪਦੇ ਮਾਲ ਪੂੜੇ ਪਕਾਉਣਾ, ਤਾਂ ਅਸੀਂ ਨਹੀਂ ਇਹ ਛਕ ਸਕਦੇ। ਤੇਰਾ ਇਹ ਸ਼ਰਬਤ ਜੋ ਆ ਇਹ ਖੂਨ ਹੈ, ਤੇਰੀ ਇਹ ਰੋਟੀ ਇਹਦੇ ਵਿੱਚ ਵੀ ਸਾਨੂੰ ਲਹੂ ਭਿੱਜਿਆ ਹੋਇਆ ਨਜ਼ਰ ਆਉਂਦਾ ਹੈ, ਅਸੀਂ ਨਹੀਂ ਛਕ ਸਕਦੇ। ਮੰਨਿਆ ਨਹੀਂ ਕਹਿਣ ਲੱਗਾ, ਮੈਂ ਸਾਧੂ ਸੰਤਾਂ ਦੀ ਸੇਵਾ ਕਰਦਾ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੰਨੇਗਾ ਨਹੀਂ ਇੱਦਾਂ, ਭਾਵ ਕਿ ਜਿਹੜਾ ਸ਼ਬਦ ਨਾਲ ਸਮਝੇਗਾ, ਮਹਾਰਾਜ ਨੂੰ ਸ਼ਬਦ ਨਹੀਂ ਸਮਝਾਉਂਦੇ ਨੇ। ਜਿਹੜਾ ਬਹੁਤ ਅੜੀ ਕਰਦਾ ਫਿਰ ਉਹਦੇ 'ਤੇ ਉਹੋ ਜਿਹੀ ਵਿਧੀ ਬਣਾਉਂਦੇ ਨੇ। ਗੁਰੂ ਮਹਾਰਾਜ ਕਹਿੰਦੇ ਠੀਕ ਹੈ ਅਸੀਂ ਤੇਰੇ ਨਾਲ ਚੱਲਾਂਗੇ, ਅਤੇ ਤੈਨੂੰ ਇਹ ਦਿਖੇਗਾ ਵਾਕਈ ਕਿ ਸਭ ਪਾਪਾਂ ਦੀ ਕਮਾਈ ਆ।
ਲਾਲੋ ਜੀ ਦੀ ਰੋਟੀ ਮਹਾਰਾਜ ਨੇ ਉਦੋਂ ਲੈ ਲਈ ਸੀ, ਜੋ ਬਿਲਕੁਲ ਇਤਿਹਾਸਕਾਰ ਕਹਿੰਦੇ ਰੁੱਖੀ ਸੀ, ਚੋਪੜੀ ਵੀ ਨਹੀਂ ਸੀ ਉਹਦੇ ਕੋਲ। ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀਂ ਲੂਣ। ਫਰੀਦ ਸਾਹਿਬ ਜੀ ਕਹਿੰਦੇ ਕਿਸੇ ਦੇ ਘਰੇ ਤਾਂ ਆਟਾ ਹੀ ਬਹੁਤ ਆ, ਕਿਸੇ ਦੇ ਘਰੇ ਲੂਣ ਵੀ ਨਹੀਂ ਹੈਗਾ। ਪਰਮਾਤਮਾ ਨੇ ਇੱਕ ਵਿਧੀ ਬਣਾਈ ਆ, ਤੇ ਕਿਉਂਕਿ ਜੇ ਸਾਰਿਆਂ ਵਿੱਚ ਸਾਰੇ ਪੈਸੇ ਬਰਾਬਰ ਵੰਡ ਦਿੱਤੇ ਜਾਣ, ਤੁਹਾਡੇ ਕੋਲੇ, ਮੇਰੇ ਕੋਲੇ, ਸਾਡੇ ਸਭ ਕੋਲੇ ਇੱਕੋ ਜਿਹੀ ਜ਼ਮੀਨ ਹੋਵੇ, ਇੱਕੋ ਜਿੰਨੇ ਪੈਸੇ ਹੋਣ, ਤਾਂ ਕੰਮ ਕੌਣ ਕਰੇਗਾ? ਕੰਮ ਕਿਹੜਾ ਕਰੇਗਾ? ਉਹਨੇ ਕਹਿਣਾ ਤੂੰ ਕਰ, ਉਹਨੇ ਕਹਿਣਾ ਤੂੰ ਕਰ। ਗਰੀਬੀ ਅਮੀਰੀ ਪਤਾ ਕਿਉਂ ਆ? ਇਸ ਸੰਸਾਰ ਵਿੱਚ ਕੁਝ ਸਿਰਜਣ ਵਾਸਤੇ ਮਹਾਰਾਜ ਨੇ ਬਣਾਈ ਆ। ਸਾਰਿਆਂ ਵਿੱਚ ਸਾਰੀ ਦੌਲਤ ਬਰਾਬਰ ਵੰਡ ਦੀਏ ਤਾਂ ਕੰਮ ਕਿਹਨੇ ਕਰਨਾ ਸੀ? ਤਾਂ ਇਹ ਸਾਰੀ ਉਹਦੀ ਰਜਾ ਹੀ ਹੁੰਦੀ ਆ। ਤਾਂ ਕਹਿਣ ਦਾ ਭਾਵ, ਇੱਕ ਦੇ ਘਰੇ ਫਰੀਦ ਸਾਹਿਬ ਜੀ ਕਹਿੰਦੇ ਆਟਾ ਬਹੁਤ ਆ। ਆਟੇ ਦਾ ਭਾਵ ਉਹ ਕਹਿੰਦੇ ਚੀਜ਼ਾਂ ਬਹੁਤ ਆ। ਇੱਕ ਨਾ ਨਾਹੀਂ ਲੂਣ, ਇੱਕ ਦੇ ਘਰੇ ਲੂਣ ਵੀ ਨਹੀਂ। ਇੱਕ ਦੇ ਘਰੇ ਬਹੁਤ ਚੀਜ਼ਾਂ, ਇੱਕ ਦੇ ਘਰੇ ਕੇਸਾਂ ਨੂੰ ਵਾਹੁਣ ਲਈ ਕੰਘੀ ਵੀ ਹੈ ਨਹੀਂ। ਪਰ ਅੱਗੇ ਗਏ ਸਿੰਜਾਪ ਸਨ, ਚੋਟਾਂ ਖਾਸੀ ਕੌਣ? ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਚੋਟਾਂ ਕਿਹਦੇ ਮੂੰਹ ਤੇ ਪੈਂਦੀਆਂ ਨੇ। ਜ਼ਰੂਰੀ ਨਹੀਂ ਜਿਹਦੇ ਘਰੇ ਲੂਣ ਹੈ ਨਹੀਂ ਕਿ ਉਹਨੂੰ ਪਰਮਾਤਮਾ ਧਿਕਾਰ ਪਾਵੇਗਾ, ਤ੍ਰਿਗ ਕਹੇਗਾ, ਤੇ ਜ਼ਰੂਰੀ ਨਹੀਂ ਜਿਹਦੇ ਘਰੇ ਬਹੁਤ ਚੀਜ਼ਾਂ ਨੇ ਉਹਨੂੰ ਪਰਮਾਤਮਾ ਆਓ ਭਗਤ ਕਹੂਗਾ ਆਪਦੇ ਦਰਬਾਰ 'ਚ। ਇਹ ਤਾਂ ਅੱਗੇ ਜਾ ਕੇ ਉਹਦੇ ਕਰਮਾਂ ਦੇ ਅਨੁਸਾਰ ਪਤਾ ਲੱਗੇਗਾ ਕਿ ਉਹ ਰੱਬ ਤੋਂ ਕਿੰਨਾ ਦੂਰ ਹੈ ਤੇ ਉਹ ਰੱਬ ਦੇ ਕਿੰਨਾ ਨੇੜੇ ਆ। ਤਾਂ ਇੱਥੇ ਭਾਈ ਲਾਲੋ ਜੀ ਉਹ ਆ ਜਿਹਦੇ ਘਰੇ ਲੂਣ ਵੀ ਹੈ ਨਹੀਂ ਗਾ, ਪਰ ਉਹ ਪਰਮਾਤਮਾ ਦੇ ਨੇੜੇ ਨੇ। ਮਲਕ ਉਹ ਆ, ਮਲਕ ਭਾਗੋ, ਜਿਹਦੇ ਘਰੇ ਬਹੁਤ ਕੁਝ ਆ ਪਰ ਉਹ ਰੱਬ ਤੋਂ ਦੂਰ ਆ। ਤਾਂ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਰੁੱਖੀ ਜਿਹੜੀ ਸੀ ਰਾਤ ਵਾਲੀ ਰੋਟੀ ਉਹ ਲੈ ਗਏ ਨੇ। ਮਲਕ ਭਾਗੋ ਦੇ ਘਰੇ ਗਏ ਤੇ ਉਹਨੂੰ ਪ੍ਰਤੱਖ ਦਿਖਾਇਆ। ਉਹਨਾਂ ਦੀ ਕੋਈ ਵਿਧੀ ਬਣਾ ਦਿੱਤੀ ਜਿਹਦੇ ਕਰਕੇ ਉਹਨੂੰ ਆਪਣੀ ਰੋਟੀ ਦੇ ਵਿੱਚੋਂ, ਆਪਣੇ ਪੂੜਿਆਂ ਦੇ ਵਿੱਚੋਂ ਤੇ ਉਹਨੂੰ ਖੂਨ ਨਜ਼ਰ ਆਇਆ। ਭਾਈ ਲਾਲੋ ਜੀ ਦੇ ਵਿੱਚੋਂ ਜਿਹੜੀ ਰੋਟੀ ਸੀ ਉਹਨਾਂ ਦੀ ਦੁੱਧ ਦੀਆਂ ਧਾਰਾਂ ਨਜ਼ਰ ਆਈਆਂ। ਫੇਰ ਉਹ ਮਹਾਰਾਜ ਦੇ ਚਰਨਾਂ 'ਚ ਪਿਆ, ਢਿਆ ਪਿਆ, ਕਹਿੰਦਾ ਮੈਨੂੰ ਕੋਈ ਉਪਦੇਸ਼ ਦੇਵੋ। ਇਤਨੇ ਸਾਲ ਮੈਂ ਜ਼ਿੰਦਗੀ ਦੇ ਕੱਢ ਲਏ ਨੇ, ਇਤਨੇ ਸਾਲ ਮੈਂ ਬਿਨਾਂ ਤੁਹਾਡੇ ਤੋਂ, ਇਬਾਦਤ ਤੋਂ, ਬੰਦਗੀ ਤੋਂ, ਚੰਗੇ ਕਰਮਾਂ ਤੋਂ ਕੱਢੇ। ਮਹਾਰਾਜ ਨੇ ਆਖਿਆ ਸੀ ਜਿੰਨੇ ਪੈਸੇ ਜੋੜੇ ਨੇ ਉਹਦੀ ਧਰਮਸਾਲ ਬਣਾਓ ਜੀ, ਨਗਰ ਦੇ ਵਿੱਚ ਇੱਥੇ ਸੁਬਾਹ ਸ਼ਾਮ ਉਹਦੇ ਵਿੱਚ ਕੀਰਤਨ ਕਰੋ, ਭਲੇ ਕੰਮ ਕਰ, ਲੋਕਾਂ ਦਾ ਹੱਕ ਨਾ ਖਾ, ਹੱਕ ਪਰਾਇਆ ਨਾਨਕਾ ਮਰਦਾਨਿਆਂ। ਰਬਾਬ ਛੇੜ ਆਪਾਂ ਇਹਨੂੰ ਬਾਣੀ ਸੁਣਾਈਏ ਅਕਾਲ ਦੀ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਿਸੇ ਬਗਾਨੇ ਬੰਦੇ ਦਾ ਹੱਕ ਖਾਣਾ ਮਾਸ ਖਾਣ ਦੇ ਬਰਾਬਰ ਹੀ ਹੈ ਮਲਕ ਭਾਗੋ। ਇਸ ਕਰਕੇ ਜਦੋਂ ਬੰਦਾ ਪਰਾਇਆ ਹੱਕ ਖਾਂਦਾ ਹੈ, ਕੋਈ ਵੀ ਪੀਰ, ਕੋਈ ਵੀ ਗੁਰੂ ਦਰਬਾਰ ਵਿੱਚ ਉਹਦੀ ਹਾਮੀ ਨਹੀਂ ਭਰਦਾ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਹਾਮੀ ਵੀ ਕੋਈ ਨਹੀਂ ਭਰਦਾ। ਤੇ ਜਦੋਂ ਕੋਈ ਪਰਾਇਆ ਹੱਕ ਮਾਰਦਾ ਹੈ, ਗੁਰੂ ਉਹਦੀ ਹਾਮੀ ਨਹੀਂ ਭਰਦਾ। ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਤੂੰ ਇਹ ਵਾਲਾ ਮਾਸ ਖਾਣਾ ਛੱਡ ਦੇਂਗਾ ਫਿਰ ਗੁਰੂ ਤੇਰੇ ਵੱਲ ਹੋਵੇਗਾ। ਹੱਕ ਖਾਣੇ ਛੱਡ ਦੇ। ਤਾਂ ਮਲਕ ਭਾਗੋ ਨੇ ਫਿਰ ਆਪਦੀ ਜਿਹੜੀ ਜੂਨ ਸੀ ਤੇ ਉਹ ਸੁਧਾਰੀ ਆ, ਆਦਤਾਂ ਛੱਡੀਆਂ ਨੇ, ਚੰਗੀਆਂ ਆਦਤਾਂ ਬਣਾਈਆਂ। ਧਰਮਸਾਲ ਬਣਾਈ, ਕੀਰਤਨ ਹੋਇਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਤਾਂ ਇਹ ਹੁਕਮਨਾਮਾ ਹੈ ਜੈਤ ਸਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ, ਇਹ ਵਾਰ ਸਲੋਕਾਂ ਦੇ ਨਾਲ ਰਚੀ ਗਈ ਆ। ਤੇ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਅਸੀਂ ਤਾਂ ਕਦਮ ਕਦਮ ਤੇ ਭੁੱਲ ਜਾਂਦੇ ਹਾਂ, ਅਧੂਰੇ ਹਨ। ਅਧੂਰਾ ਬੰਦਾ ਅਧੂਰਾ ਹੀ ਹੁੰਦਾ ਹੈ, ਪੂਰਾ ਗੁਰੂ ਪੂਰਾ ਹੀ ਹੁੰਦਾ ਹੈ।
ਅਧੂਰਿਆਂ ਨੂੰ ਪੂਰੇ ਹੋਣ ਲਈ ਪੂਰਿਆਂ ਦੀ ਲੋੜ ਪੈਂਦੀ ਰਹਿੰਦੀ ਆ। ਅਧੂਰਿਆਂ ਨੂੰ ਸੰਪੂਰਨ ਹੋਣ ਲਈ ਹਮੇਸ਼ਾ ਹੀ ਗੁਰੂ ਦੀ ਲੋੜ ਪੈਂਦੀ ਆ। ਸਿਮਰੰਤ ਸੰਤ, ਇਹ ਗੱਲ ਕਹਿੰਦੇ ਗੁਰੂ ਅਰਜਨ ਦੇਵ ਜੀ, ਸੰਤਾਂ ਨੂੰ ਪਤਾ ਲੱਗ ਜਾਂਦੀ ਆ ਕਿ ਮੈਂ ਅਧੂਰਾ ਹਾਂ ਤੇ ਵਾਹਿਗੁਰੂ ਪੂਰਾ ਵਾ। ਸੰਤ ਜਿਹੜੇ ਹੁੰਦੇ ਨੇ ਉਹ ਸਿਮਰਦੇ ਨੇ ਸਰਬੱਤਰ ਰਮਣੰਗ, ਉਹਨੂੰ ਜਿਹੜਾ ਸਾਰਿਆਂ ਵਿੱਚ ਪੂਰਿਆ ਹੋਇਆ ਹੈ। ਨਾਨਕ ਅਗ ਨਾਸਨ, ਅਗ ਹੁੰਦਾ ਦੁੱਖ, ਨਾਸਨ ਦਾ ਮਤਲਬ ਨਾਸ ਕਰਨ ਵਾਲਾ, ਦੁੱਖਾਂ ਨੂੰ ਨਾਸ ਕਰਨ ਵਾਲੇ ਜਗਦੀਸ਼ਰ ਹੈ। ਪਰਮਾਤਮਾ ਨੂੰ ਉਹ ਸਿਮਰਦੇ ਨੇ ਸੰਤ। ਪਰ ਉਦੋਂ ਪਹਿਲਾਂ ਤੁਹਾਨੂੰ ਇਹ ਬੋਧ ਹੋਣਾ ਬੜਾ ਜ਼ਰੂਰੀ ਆ ਕਿ ਮੈਂ ਅੱਧਾ ਹਾਂ ਤੇ ਵਾਹਿਗੁਰੂ ਪੂਰਾ ਹੈ। ਅਸੀਂ ਅਰਧ ਅੰਗ ਹਾਂ ਹਰ ਬੰਦੇ ਦੇ ਅੰਦਰ। ਜੇ ਕੋਈ ਮੇਲ ਹੈ, ਜੇ ਕੋਈ ਮਰਦ ਆ, ਉਹਦੇ ਅੰਦਰ ਅੱਧੀ ਫੀਮੇਲ ਹੈ। ਜੇ ਕੋਈ ਔਰਤ ਹੈ, ਉਹਦੇ ਅੰਦਰ ਅੱਧਾ ਮਰਦ ਹੈ। ਤੇ ਇਸ ਕਰਕੇ ਨਾਰ ਮੈਂ ਪੁਰਖ, ਪੁਰਖ ਮੈਂ ਨਾਰ, ਬੂਝੋ ਬ੍ਰਹਮ ਗਿਆਨੀ। ਤਾਂ ਇਹ ਕੋਈ ਗੱਲਾਂ ਨੂੰ ਜਾਣਦਾ, ਜਿਵੇਂ ਦਿਨ 'ਚ ਰਾਤ ਲੁਕਿਆ, ਰਾਤ 'ਚ ਦਿਨ, ਤੇ ਇੱਦਾਂ ਹੀ ਬੰਦੇ ਦੇ ਅੰਦਰ ਇੱਕ ਔਰਤ ਹੈ, ਔਰਤ ਦੇ ਅੰਦਰ ਇੱਕ ਮਰਦ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਪੂਰਾ ਹੋਣਾ ਲੋਚਦਾ ਹੈ। ਪਰ ਜਦੋਂ ਅਸੀਂ ਬੰਦਗੀ ਕਰਦੇ ਹਾਂ ਤਾਂ ਸਾਡੇ ਅੰਦਰ ਉਹ ਸੰਪੂਰਨਤਾ ਹੋ ਜਾਂਦੀ ਆ, ਇਹ ਬਾਹਰਲੀ ਕਸ਼ਿਸ਼ ਮੁੱਕ ਜਾਂਦੀ ਆ। ਜਿਵੇਂ ਆਪੋਜ਼ਿਟ ਜਿਹੜੇ ਇਹ ਨੇ ਮੇਲ ਫੀਮੇਲ, ਇਹਨਾਂ ਦੀ ਇੱਕ ਅਟਰੈਕਸ਼ਨ ਹੁੰਦੀ ਆ, ਉਹ ਵੀ ਖਤਮ ਹੋ ਜਾਂਦੀ ਆ। ਜਦੋਂ ਬੰਦਾ ਬੰਦਗੀ ਕਰਦਾ, ਉਹਦੇ ਅੰਦਰੋਂ ਹੀ ਉਹਨੂੰ ਇੱਕ ਔਰਤ ਮਿਲਦੀ ਆ। ਜੇ ਉਹ ਮਰਦ ਹੈ, ਉਹ ਅੱਧਾ ਅੰਗ ਉਹਦਾ ਪੂਰਾ ਹੋ ਜਾਂਦਾ। ਜੇ ਔਰਤ ਹੈ ਤਾਂ ਉਹਨੂੰ ਉਹ ਬਾਣੀ ਦੇ ਦੁਆਰਾ, ਜਪ ਦੇ ਦੁਆਰਾ ਹੀ ਉਹਦੀ ਬੰਦਗੀ ਨਾਲ ਇੰਨਾ ਰਸ ਆਉਂਦਾ, ਉਹਨੂੰ ਬਾਹਰ ਇਹ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਪੇਖਣ ਸੁਣਨ ਸੁਣਾਵਣੋ ਮਨ ਮੈਂ ਦ੍ਰਿੜੀਐ ਸਾਚ। ਵਾਹਿਗੁਰੂ ਨੂੰ ਪੇਖਣਾ, ਸੁਣਨਾ ਤੇ ਸੁਣ ਕੇ ਅੱਗੇ ਉਹਨੂੰ ਸੁਣਾਉਣਾ, ਮਨ ਦੇ ਵਿੱਚ ਸੱਚ ਨੂੰ ਰੱਖਣਾ। ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾਜ। ਜਿਹੜਾ ਸਾਰਿਆਂ ਵਿੱਚ ਰਹਿੰਦਾ ਹੈ, ਜਿਹੜਾ ਸਾਰਿਆਂ 'ਚ ਵਸਦਾ ਹੈ, ਜਿਹੜਾ ਸਾਰਿਆਂ 'ਚ ਰਮਿਆ ਹੋਇਆ ਹੈ, ਉਹਨੂੰ ਯਾਦ ਕਿਉਂ ਨਹੀਂ ਕਰਦਾ ਇਨਸਾਨ? ਕਿਉਂਕਿ ਉਹਦਾ ਇੱਕੋ ਹੀ ਇੱਕ ਜਵਾਬ ਆ, ਉਹਦੀ ਹਉਮੈ ਕਰਕੇ ਨਹੀਂ ਕਰਦਾ। ਉਹਨੂੰ ਲੱਗਦਾ ਮੈਂ ਬਹੁਤ ਕੁਝ ਹਾਂ, ਮੈਨੂੰ ਕਿਸੇ ਦੀ ਕੋਈ ਲੋੜ ਨਹੀਂ। ਲੋਕ ਪਤਾ ਇੰਨੇ ਕਿਉਂ ਟੁੱਟ ਗਏ ਇੱਕ ਦੂਜੇ ਤੋਂ? ਉਹਦਾ ਕਾਰਨ ਇਹੀ ਆ, ਉਹਨੂੰ ਕਹਿੰਦੇ ਨੇ ਅਸੀਂ ਇਕੱਲੇ ਹੀ ਬਹੁਤ ਹਾਂ। ਉਹਨਾਂ ਦੀ ਹਉਮੈ ਉਹਨਾਂ ਨੂੰ ਕਹਿੰਦੀ ਰਹਿੰਦੀ ਆ ਤੈਨੂੰ ਕਿਸੇ ਦੀ ਕੀ ਲੋੜ ਆ, ਤੈਨੂੰ ਭਰਾ ਦੀ ਕੀ ਲੋੜ ਆ, ਤੂੰ ਇਕੱਲਾ ਹੀ ਬਹੁਤ ਆ। ਉਹ ਨਹੀਂ ਕਹਿੰਦਾ, ਹਾਲਾਂਕਿ ਉਹਦੇ ਅੰਦਰ ਤਾਂ ਪਰਮਾਤਮਾ ਹੈ, ਉਹਦੀ ਹਉਮੈ ਹੀ ਉਹਨੂੰ ਕਹਿ ਰਹੀ ਆ ਤੈਨੂੰ ਭਰਾ ਦੀ ਕੀ ਲੋੜ ਆ, ਰਹਿਣ ਦੇ ਤੂੰ ਵਰਤਨ ਨੂੰ, ਛੱਡ ਪਰਾਂ, ਤੇ ਤੂੰ ਇਕੱਲਾ ਹੀ ਬਹੁਤ ਆ। ਇੱਦਾਂ ਹੀ ਰਿਸ਼ਤੇ ਨਾਤੇ ਨੇ। ਉਹ ਕਹਿੰਦੇ ਕਿਸੇ ਨੂੰ ਯਾਦ ਕਰਨ ਦੀ ਕੀ ਲੋੜ ਆ, ਉਹ ਨਹੀਂ ਆਪਾਂ ਨੂੰ ਯਾਦ ਕਰਦੇ ਤੇ ਆਪਾਂ ਕਿਉਂ ਕਰਨਾ। ਇੱਦਾਂ ਉਹ ਵੀ ਸੋਚਦਾ ਸਾਹਮਣੇ ਵਾਲਾ, ਇਹ ਨਹੀਂ ਮੈਨੂੰ ਯਾਦ ਕਰਦਾ, ਮੈਂ ਕਿਉਂ ਕਰਨਾ। ਇੱਦਾਂ ਅਸੀਂ ਇੱਕ ਰਿਸ਼ਤਿਆਂ ਨੂੰ ਗਵਾ ਦਿੰਦੇ ਹਾਂ। ਉਹ ਕਹਿੰਦਾ ਇਹ ਪਹਿਲਾਂ ਯਾਦ ਕਰੇ, ਆਪਾਂ ਕਹਿੰਦੇ ਇਹ ਪਹਿਲਾਂ ਕਰੇ। ਤਾਂ ਇਹ ਹਉਮੈ ਦੇ ਚੱਕਰਾਂ ਵਿੱਚ ਪਰਮਾਤਮਾ ਦੀ ਦੁਨੀਆ ਤੋਂ ਦੂਰ ਹੋ ਜਾਂਦੇ ਹਾਂ। ਉਹਦੀ ਦੁਨੀਆ ਤੋਂ ਦੂਰ ਹੋਣਾ, ਉਹਦੇ ਤੋਂ ਹੀ ਦੂਰ ਹੋਣਾ ਹੈ। ਰਿਸ਼ਤਿਆਂ ਤੋਂ ਦੂਰ ਹੋਣਾ, ਪਰਮਾਤਮਾ ਤੋਂ ਦੂਰ ਹੋਣਾ ਹੈ। ਪਿਆਰਿਓ, ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ। ਸਦਾ ਹੀ ਉਹਦੇ ਗੁਣ ਗਾਉਣੇ ਚਾਹੀਦੇ ਆ, ਜਿਹੜਾ ਸਾਡੇ ਅੰਦਰ, ਸਾਡੇ ਰਿਸ਼ਤੇਦਾਰਾਂ ਦੇ ਅੰਦਰ, ਸਾਡੇ ਭਰਾ ਦੇ ਅੰਦਰ ਵਸਦਾ ਹੈ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਉਹ ਕਰਨ ਵੀ ਆ, ਉਹ ਚੀਜ਼ਾਂ ਨੂੰ ਕਾਰਨ ਵੀ ਆ। ਜਿਵੇਂ ਆਪਾਂ ਕਹਿੰਦੇ ਉਹ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਕਾਰਨ ਪਤਾ ਹੀ ਨਹੀਂ ਲੱਗਿਆ, ਤਾਂ ਉਹਦਾ ਉਹੀ ਕਾਰਨ ਹੁੰਦਾ। ਉਹਦੇ ਪਿੱਛੇ ਪਰਮਾਤਮਾ ਦੇ ਬਸ ਸਮਾ ਗਿਆ, ਉਹਦੀ ਡੋਰ ਖਿੱਚ ਲਈ ਸਾਹਾਂ ਦੀ। ਉਹ ਕਰਨ ਵਾਲਾ ਵੀ ਆ ਤੇ ਕਾਰਨ ਵੀ ਉਹ ਆ। ਕਈ ਚੀਜ਼ਾਂ ਦੇ ਸਾਨੂੰ ਕਾਰਨ ਨਹੀਂ ਨਾ ਪਤਾ ਲੱਗਦੇ, ਆਹ ਚੀਜ਼ ਕਿਉਂ ਹੋ ਗਈ, ਇਹਦਾ ਕੀ ਕਾਰਨ ਆ। ਮੌਤ ਦਾ ਆਪਾਂ ਕਹਿੰਦੇ ਕੀ ਕਾਰਨ ਬਣਿਆ ਜੀ, ਪਰਚਾਉਣੀ ਕਰਨ ਜਦੋਂ ਜਾਂਦੇ ਆ, ਉਹ ਕਹਿੰਦੇ ਸਾਨੂੰ ਖੁਦ ਨੂੰ ਨਹੀਂ ਪਤਾ। ਪਰਿਵਾਰ ਦੇ ਮੈਂਬਰ ਕਹਿੰਦੇ ਕੱਲ੍ਹ ਇਹ ਠੀਕ ਸੀ, ਸ਼ਾਮੀ ਵੀ ਇਹਨੇ ਗੱਲਾਂ ਕੀਤੀਆਂ ਨੇ, ਰਾਤ ਨੂੰ ਪਤਾ ਹੀ ਨਹੀਂ ਇਹਨੂੰ ਕੀ ਹੋ ਗਿਆ। ਤਾਂ ਉਹਦੇ ਪਿੱਛੇ ਜਿਹੜਾ ਕਰਨ ਕਾਰਨ ਹੈ ਉਹ ਵਾਹਿਗੁਰੂ ਆ। ਸਮਰੱਥ ਪ੍ਰਭ ਜੋ ਕਰੇ ਸੋ ਹੋਈ।
ਜਿਹੜਾ ਕੁਝ ਉਹਨੇ ਕਰਨਾ ਹੀ ਆ। ਬਿਓ ਪੂਛ ਨਾ ਮਸਲਤ ਧਰੇ। ਆਪਾਂ ਸਲਾਹ ਕਰਦੇ ਹਾਂ ਘਰੇ 100 ਜੀਆਂ ਦੇ ਨਾਲ ਕਈ ਵਾਰ, ਕਿਉਂਕਿ ਸਲਾਹ ਕਰਨ ਦੇ ਨਾਲ ਬਹੁਤ ਫਾਇਦੇ ਨੇ। ਵਿਦਵਾਨ ਕਹਿੰਦੇ ਨੇ ਕੰਮ ਚੰਗੀ ਤਰ੍ਹਾਂ ਹੋ ਜਾਂਦਾ। ਤੁਸੀਂ ਸਲਾਹ ਜਦੋਂ ਲੈਂਦੇ ਹੋ ਤੇ ਤੁਹਾਨੂੰ ਪਤਾ ਲੱਗਦਾ, ਫਲਾਣਾ ਬੰਦਾ ਆਪਣੇ ਤਜਰਬੇ ਨਾਲ ਕਹਿੰਦਾ ਨਹੀਂ ਇਹ ਕੰਮ ਇੱਦਾਂ ਕਰ, ਬਹੁਤ ਚੰਗਾ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਬੈਠ ਕੇ ਵਿਚਾਰ ਕਰਨੀ ਬਹੁਤ ਚੰਗਾ ਗੁਣ। ਪਰ ਵਾਹਿਗੁਰੂ ਨਹੀਂ ਕਿਸੇ ਨਾਲ ਵਿਚਾਰ ਕਰਦਾ, ਉਹਨੇ ਤਾਂ ਬਸ ਕਰ ਦੇਣਾ ਹੈ। ਖਿਨ ਮੈਂ ਥਾਪ ਦਾ ਤਿਸ ਬਿਨ ਨਹੀਂ ਕੋਈ। ਖਿਨ ਦਾ ਮਤਲਬ ਹੁੰਦਾ ਜਿਵੇਂ ਆਪਾਂ ਅੱਖਾਂ ਝਪਕੀਆਂ, ਇਹਨੂੰ ਖਿਨ ਕਹਿੰਦੇ ਨੇ। ਸਕਿੰਟ ਤੋਂ ਵੀ ਇਹ ਥੋੜ੍ਹਾ ਅੱਧਾ ਹੀ ਹੋ ਜਾਂਦਾ, ਸਕਿੰਟ ਹਜੇ ਇਹਦੋਂ ਵੱਡਾ ਹੁੰਦਾ। ਇੰਨੇ ਕੁ ਪਲ ਦੇ ਵਿੱਚ ਜੇ ਚਾਹਵੇ ਬਣਾ ਦੇਵੇ ਧਰਤੀ, ਜੇ ਚਾਹਵੇ ਢਾ ਦੇਵੇ। ਤਿਸ ਬਿਨ ਨਹੀਂ ਕੋਈ, ਉਹਦੇ ਬਿਨਾਂ ਨਹੀਂ ਇਹ ਕੋਈ ਕਰ ਪਾਵੇਗਾ। ਖੰਡ ਬ੍ਰਹਿਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਖੰਡ ਕਹਿੰਦੇ ਨੇ ਧਰਤੀ ਦੇ ਟੋਟਿਆਂ ਨੂੰ, ਕਿਹਾ ਜਾਂਦਾ ਧਰਤੀ ਦੇ 9 ਹਿੱਸੇ ਨੇ। ਕਈ ਵਿਦਵਾਨ ਕਿੰਨੇ ਮੰਨਦੇ ਨੇ, ਪਰ ਆਪਾਂ ਕਹਿੰਦੇ ਆ ਵੀ ਕਰਤੇ ਕੀ ਮਿਤ ਕਰਤਾ ਜਾਣੈ। ਇਸ ਕਰਕੇ ਉਹੀ ਜਾਣਦਾ ਵੀ ਇਹ ਕਿੰਨੇ ਨੇ ਬ੍ਰਹਿਮੰਡ ਦੇ ਵਿੱਚ। ਤੇ ਖੰਡ ਇਹ ਜਿਹੜੇ ਧਰਤੀ ਦੇ ਜਿੰਨੇ ਵੀ ਹਿੱਸੇ ਨੇ, ਬ੍ਰਹਿਮੰਡ ਆ ਜਿਹੜਾ ਯੂਨੀਵਰਸ ਆ, ਗਲੈਕਸੀ ਆ ਸਾਰੀ। ਪਾਤਾਲ ਧਰਤੀ ਦਾ ਨੀਚਲਾ ਹਿੱਸਾ, ਦੀਪ ਰਵਿਆ ਸਭ ਲੋਈ, ਆਕਾਸ਼, ਇਹ ਸਾਰਿਆਂ ਵਿੱਚ ਤੇਰਾ ਹੀ ਵਾਸ ਹੈ। ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਇੱਥੇ ਆ ਕੇ ਮਹਾਰਾਜ ਨੇ ਇੱਕ ਨਤੀਜਾ ਕੱਢਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਇਹ ਗੱਲਾਂ ਤਾਂ ਜਿਹਨੂੰ ਤੂੰ ਬੁਝਾਵੇਂਗਾ ਉਹੀ ਬੁੱਝੇਗਾ। ਕਿ ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਇਹ ਸਭ ਦਾ ਕਰਤਾ ਧਰਤਾ ਤੂੰ ਹੀ ਹੈ। ਜਿਹਨੂੰ ਤੂੰ ਜਣਾਵੇਂਗਾ ਉਹ ਇਹ ਗੱਲਾਂ ਜਾਣੇਗਾ, ਦੂਜਾ ਨਹੀਂ ਜਾਣ ਸਕਦਾ। ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ। ਜਿਹਨੂੰ ਤੂੰ ਇਹ ਗੱਲਾਂ ਯਾਦ ਕਰਵਾਵੇਂਗਾ, ਚੇਤੇ 'ਚ ਲਿਆਵੇਂਗਾ, ਤੇ ਉਹੀ ਇਹ ਯਾਦ ਕਰੇਗਾ। ਨਹੀਂ ਅਸੀਂ ਉਹਦੇ ਚੇਤੇ ਵਿੱਚੋਂ ਡਿੱਗੀ ਹੋਈ ਕੋਈ ਛੋਟੀ ਜਿਹੀ ਚੀਜ਼ ਹਾਂ। ਸਾਨੂੰ ਸਾਰੀ ਜ਼ਿੰਦਗੀ ਹਉਮੈ ਹੀ ਘੁਮਾਈ ਫਿਰਦੀ ਆ, ਹਉਮੈ ਹੀ ਘੁਮਾਈ ਫਿਰਦੀ ਆ, ਕਿਉਂਕਿ ਉਹਦੀ ਕਿਰਪਾ ਨਹੀਂ, ਉਹਦੇ ਵਿੱਚ ਕਿਰਪਾ ਮਿਸਿੰਗ ਆ ਹਜੇ। ਤੇ ਕਿਰਪਾ ਸੰਗਤ ਦੁਆਰਾ ਹੀ ਪ੍ਰਾਪਤ ਹੁੰਦੀ ਆ। ਰੋਜ਼ ਗੁਰਦੁਆਰੇ ਆਉਣਾ ਹੈ ਅਸੀਂ, ਸਾਨੂੰ ਇਹਦੀ ਲੋੜ ਪੈਂਦੀ ਰਹਿੰਦੀ ਆ। ਇਸ ਕਰਕੇ ਕਿ ਸਾਡੀ ਹਉਮੈ ਤੋਂ ਅਸੀਂ ਬਚ ਸਕੀਏ, ਤਾਂ ਮੇਰੇ ਕਹਿਣ ਦਾ ਭਾਵ ਇਹ ਆ, ਇੱਕ ਮਾੜੀ ਆਦਤ ਬਹੁਤ ਮਾੜੀਆਂ ਆਦਤਾਂ ਨੂੰ ਸੱਦਾ ਦਿੰਦੀ ਆ। ਇੱਕ ਚੰਗੀ ਆਦਤ ਚੰਗੀਆਂ ਆਦਤਾਂ ਨੂੰ ਸੱਦਾ ਦਿੰਦੀ ਆ। ਇੱਕ ਮਾੜੀ ਆਦਤ ਕਰਨੀ, ਕਰਮ ਕਮਾਉਣਾ, ਮਾੜਾ ਕਰਮ ਕਰਨਾ, ਤੇ ਮਾੜੀਆਂ ਚੀਜ਼ਾਂ ਨੂੰ ਆਵਾਜ਼ਾਂ ਮਾਰਨ ਵਾਂਗ ਹੀ ਆ। ਇੱਕ ਚੰਗੀ ਚੀਜ਼ ਕਰਨੀ, ਚੰਗੀ ਗੱਲ ਕਹਿਣੀ ਜਾਂ ਸੁਣਨੀ, ਅੱਗੇ ਇਹਨਾਂ ਦੇ ਕਾਫਲੇ ਨੂੰ ਬੁਲਾਉਣ ਵਾਂਗ। ਤਾਂ ਜਦੋਂ ਤੁਸੀਂ ਇੱਕ ਝੂਠ ਬੋਲਦੇ ਹੋ, ਇਹ ਨਾ ਸੋਚਿਓ ਕਿ ਇੱਕ ਹੀ ਆ ਉਹਨੂੰ ਲੁਕਾਉਣ ਲਈ ਇੱਕ ਹੋਰ, ਉਹ 2 ਹੋ ਗਏ, ਦੋਨਾਂ ਨੂੰ ਲੁਕਾਉਣ ਲਈ ਹੋਰ, ਤੇ ਉਹਨਾਂ ਤਿੰਨਾਂ ਨੂੰ ਲੁਕਾਉਣ ਲਈ ਹੋਰ ਹੋਰ ਹੋਰ। ਇੱਦਾਂ ਬੰਦੇ ਦੀ ਜ਼ਿੰਦਗੀ ਵਿਅਰਥ ਹੀ ਚਲੀ ਜਾਂਦੀ ਹੈ। ਇੱਕ ਮੈਂ ਗਾਥਾ ਪੜ੍ਹੀ ਆ, ਬੜੀ ਸੋਹਣੀ ਲੱਗੀ ਮੈਨੂੰ, ਤੇ ਮਹਾਂਪੁਰਸ਼ਾਂ ਨੇ ਲਿਖੀ ਆ, ਬਹੁਤ ਸੋਹਣੀ ਆ ਗਾਥਾ। ਤੇ ਇੱਕ ਕੋਈ ਪੈਗੰਬਰ ਸੀ, ਮਹਾਰਾਜ ਵੱਲੋਂ ਉਹਨੂੰ ਕੁਝ ਗਿਆਨ ਹੋ ਗਿਆ, ਉਹਨੇ ਬੰਦਗੀ ਕੀਤੀ, ਕੁਝ ਕਲਾ ਉਹਨੂੰ ਮਿਲ ਗਈ। ਉਹਨੇ ਕੀ ਦੇਖਿਆ, 3 ਇਨਸਾਨ ਉਹਨੇ ਦੇਖੇ, ਇੱਕ ਨੂੰ ਦਿਖਦਾ ਨਹੀਂ ਸੀ। ਉਹਨੇ ਉਹਦੀਆਂ ਅੱਖਾਂ ਠੀਕ ਕਰ ਦਿੱਤੀਆਂ। ਤਰਸ ਆ ਗਿਆ ਉਹਨੂੰ, ਭਾਵ ਉਹਦੇ ਕੋਲ ਕਲਾ ਆ ਗਈ ਕੋਈ, ਤੇ ਤਰਸ ਆ ਗਿਆ, ਉਹਨੇ ਉਹਦੀਆਂ ਅੱਖਾਂ ਠੀਕ ਕਰ ਦਿੱਤੀਆਂ। ਇੱਕ ਇਨਸਾਨ ਜਿਹੜਾ ਸੀ ਤੇ ਬੋਲ ਨਹੀਂ ਸੀ ਸਕਦਾ ਤੇ ਸੁਣ ਨਹੀਂ ਸੀ ਸਕਦਾ, ਗੂੰਗਾ ਬਹਿਰਾ ਸੀ, ਉਹ ਵੀ ਉਹਨੇ ਠੀਕ ਕਰਤਾ। ਤਰਸ ਆ ਗਿਆ, ਪੈਗੰਬਰ ਨੂੰ ਤਰਸ ਆ ਗਿਆ। ਤੀਜਾ ਬੰਦਾ ਦੇਖਿਆ, ਤੁਰ ਨਹੀਂ ਸੀ ਸਕਦਾ, ਫਲੌੜੀਆਂ ਦੇ ਸਹਾਰੇ ਜਾ ਰਿਹਾ ਸੀ, ਉਹ ਵੀ ਠੀਕ ਕਰਤਾ। ਹਫ਼ਤਾ ਗੁਜ਼ਰਿਆ ਤੇ ਉਹ ਜਾ ਰਿਹਾ ਸੀ, ਤੇ ਉਹ ਦੇਖਿਆ ਉਹ ਬੰਦੇ ਤਿੰਨੇ ਠੇਕੇ ਤੇ ਬੈਠੇ, ਮਤਲਬ ਹਾਸਾ ਠੱਠਾ ਮਖੌਲ ਕਰ ਰਹੇ ਸੀ। ਸ਼ਰਾਬ ਦੀ ਬੋਤਲ ਸਾਹਮਣੇ ਖੁੱਲ੍ਹੀ ਸੀ ਤੇ ਬਹੁਤ ਜ਼ਿਆਦਾ ਨਸ਼ੇ 'ਚ ਸਨ।
ਉਹ ਪੈਗੰਬਰ ਹੈਰਾਨ ਹੋ ਗਿਆ ਤੇ ਆਇਆ ਇਹਨਾਂ ਦੇ ਕੋਲੇ, ਕਹਿਣ ਲੱਗਾ ਦੇਖ ਤੈਨੂੰ ਦਿਖਦਾ ਨਹੀਂ ਸੀ। ਅੰਨੇ ਨੂੰ ਕਹਿਣ ਲੱਗਾ ਮੈਂ ਤੈਨੂੰ ਅੱਖਾਂ ਦਿੱਤੀਆਂ, ਮੈਂ ਤੇਰੇ ਤੇ ਤਰਸ ਕੀਤਾ ਤੇ ਮੈਂ ਤੈਨੂੰ ਅੱਖਾਂ ਦਿੱਤੀਆਂ। ਲੂਲਾ ਜਿਹੜਾ ਸੀ, ਲੰਗੜਾ ਜਿਹੜਾ ਸੀ, ਉਹਨੂੰ ਕਹਿੰਦਾ ਵੇਖ ਤੂੰ ਤੁਰ ਨਹੀਂ ਸੀ ਸਕਦਾ, ਮੈਂ ਤੈਨੂੰ ਲੱਤਾਂ ਦੇ ਦਿੱਤੀਆਂ। ਤੇ ਜਿਹਨੂੰ ਗੂੰਗਾ ਬਹਿਰਾ ਸੀ ਉਹਨੂੰ ਕਹਿੰਦਾ ਦੇਖ ਮੈਂ ਤੈਨੂੰ ਇਹ ਦਾਤ ਦਿੱਤੀ, ਪਰ ਮੈਂ ਇਹ ਚੀਜ਼ ਤਾਂ ਨਹੀਂ ਸੀ ਦਿੱਤੀ ਕਿ ਤੁਸੀਂ ਗਲਤ ਕਰਮ ਕਰੋ। ਉਹਨਾਂ ਪਤਾ ਕੀ ਆਖਿਆ, ਉਹ ਮਹਾਂਪੁਰਸ਼ਾਂ ਨੇ ਗਾਥਾ ਬੜੀ ਸੋਹਣੀ ਲਿਖੀ। ਉਹ ਕਹਿੰਦੇ ਤੇ ਤੂੰ ਸਾਡਾ ਦਿਮਾਗ ਬਦਲਣਾ ਸੀ, ਤੂੰ ਤਾਂ ਸਾਡੇ ਅੰਗ ਹੀ ਠੀਕ ਕੀਤੇ ਆ, ਤੂੰ ਸਾਡਾ ਮਨ ਨਹੀਂ ਨਾ ਬਦਲਿਆ। ਮਨ ਤਾਂ ਪਹਿਲਾਂ ਜੈਸਾ ਹੀ ਆ, ਅੱਖਾਂ ਹੀ ਠੀਕ ਹੋਈਆਂ ਨੇ, ਵਿੱਚ ਰਹਿਣ ਵਾਲਾ ਮਨ ਤਾਂ ਉਹੀ ਆ ਨਾ। ਤੇ ਇਸ ਕਰਕੇ ਉਹ ਕਹਿੰਦਾ ਮੇਰੀਆਂ ਲੱਤਾਂ ਹੀ ਠੀਕ ਹੋਈਆਂ, ਮਨ ਤਾਂ ਉਹੀ ਆ ਨਾ। ਉਹ ਕਹਿੰਦਾ ਮੇਰੇ ਕੰਨ ਠੀਕ ਹੋ ਗਏ, ਮੇਰੀ ਜ਼ੁਬਾਨ ਠੀਕ ਹੋ ਗਈ, ਮਨ ਤਾਂ ਮੇਰਾ ਉਹੀ ਆ। ਗੁਰੂ ਫਿਰ ਮਹਾਂਪੁਰਸ਼ ਕਹਿੰਦੇ ਗੁਰੂ ਮਨ ਠੀਕ ਕਰਦਾ। ਭਾਵ ਜੇ ਕਿਸੇ ਦੇ ਅੰਗ ਪੈਰ ਵੀ ਠੀਕ ਕਰਤੇ, ਜੇ ਮਨ ਨਾ ਠੀਕ ਹੋਇਆ ਤੇ ਸਮੱਸਿਆ ਤਾਂ ਜਿਉਂ ਕੀ ਤਿਉਂ ਹੀ ਖੜੀ ਆ ਨਾ। ਬਸ ਗੁਰੂ ਸਾਹਿਬ ਜੀ ਮਨ ਠੀਕ ਕਰਦੇ ਨੇ। ਮਨ ਮਰੈ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਾਏ। ਤਾਂ ਸਾਰੀ ਖੇਡ ਮਨ ਦੀ ਆ। ਤਾਂ ਇੱਦਾਂ ਫਿਰ ਬਹੁਤ ਪੈਗੰਬਰ ਹੋਏ ਨੇ, ਬਹੁਤ ਸਾਰੇ ਅਵਤਾਰ ਹੋਏ ਨੇ। ਉਹਨਾਂ ਨੇ ਬੜੇ ਹੀ ਨਾਟਕ ਚੇਟਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕੀਏ ਕੋ ਕਾਜਾ, ਬੜੇ ਉਹਨਾਂ ਨੇ ਇੱਦਾਂ ਦੇ ਕੌਤਕ ਕੀਤੇ ਨੇ। ਜੀਸਸ ਨੇ, ਜਿਨ੍ਹਾਂ ਨੂੰ ਕ੍ਰਾਈਸਟ ਕਹਿੰਦੇ ਆਪਾਂ, ਮਸੀਹ ਕਹਿੰਦੇ ਆ, ਇਹਨਾਂ ਨੇ ਬਹੁਤ ਲੋਕਾਂ ਦੀਆਂ ਅੱਖਾਂ ਠੀਕ ਕੀਤੀਆਂ, ਅੱਖਾਂ 'ਤੇ ਹੱਥ ਰੱਖ ਕੇ ਰੋਗ ਬੜੇ ਠੀਕ ਕੀਤੇ ਨੇ। ਪਰ ਫਿਰ ਇੱਦਾਂ ਇੱਕ ਮਿਰਜ਼ਾ ਗਾਲਬ ਜੀ ਹੋਇਆ, ਉਹ ਕਹਿੰਦੇ ਵੀ ਇਹ ਮੈਨੂੰ ਇਉਂ ਲੱਗਦਾ ਵੀ ਇਹ ਖੇਡਾਂ ਹੀ ਆ, ਖੇਡਾਂ ਖੇਡਣ ਦੇ ਵਾਂਗ ਆ, ਮਰਿਆਂ ਨੂੰ ਜਿਉਂਦੇ ਕਰਨਾ। ਤੇ ਕਹਿੰਦੇ ਉਹ ਬਾਅਦ ਵਿੱਚ ਮਰਨਗੇ ਨਹੀਂ। ਜੇ ਤੁਸੀਂ ਕਿਸੇ ਮਰੇ ਬੰਦੇ ਨੂੰ ਜਿਉਂਦਾ ਕਰ ਦੋ, ਮਹਾਰਾਜ ਤਾਂ ਹੀ ਇਹਨਾਂ ਚੀਜ਼ਾਂ ਦੇ ਖਿਲਾਫ ਨੇ। ਫਿਰ ਕਹਿੰਦੇ ਕਿਹੜਾ ਉਹ ਮਰੇਗਾ ਨਹੀਂ, ਫਿਰ ਮਰ ਜਾਏਗਾ। ਜੇ 100 ਵਰਿਆ ਜੀਵਣਾ ਭੀ ਤਨ ਹੋਸੀ ਖੇ, ਕੋਈ 50 ਸਾਲ ਦੀ ਉਮਰ 'ਚ ਮਰ ਗਿਆ, ਫਿਰ ਉਹਨੂੰ ਜਿਉਂਦਾ ਕਰਤਾ, ਉਹਦੀ ਉਮਰ ਹੀ 100 ਸਾਲ ਆ, ਫਿਰ ਵੀ ਉਹਨੇ ਮਰਨਾ ਹੀ ਆ। ਤਾਂ ਇਹ ਚੀਜ਼ਾਂ ਤੋਂ ਗਾਲਿਬ ਜੀ ਵੀ ਕਹਿੰਦੇ ਨੇ ਬੰਦੇ ਨੂੰ ਬਚਣਾ ਚਾਹੀਦਾ ਹੈ। ਇਹ ਬੱਚਿਆਂ ਦੀਆਂ ਖੇਡਾਂ ਨੇ। ਅਸਲੀ ਚੀਜ਼ ਤਾਂ ਮਨ ਹੈ, ਉਹਨੂੰ ਬਦਲਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਸੋ ਮਹਾਰਾਜ ਨੇ ਆਖਿਆ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਹਰ ਬੰਦਾ ਅਧੂਰਾ ਹੈ। ਪਰਮਾਤਮਾ ਜਦੋਂ ਸਾਡਾ ਜਨਮ ਨਹੀਂ ਸੀ ਹੋਇਆ ਉਦੋਂ ਵੀ ਸੀ, ਫਿਰ ਸਾਡਾ ਜਨਮ ਹੋ ਗਿਆ, ਉਦੋਂ ਵੀ ਉਹ ਹੈ। ਇੱਕ ਦਿਨ ਆਵੇਗਾ ਜਦੋਂ ਸੱਦਾ ਆਵੇਗਾ ਸਾਨੂੰ, ਅਸੀਂ ਚਲੇ ਜਾਵਾਂਗੇ, ਉਹ ਉਦੋਂ ਵੀ ਹੋਵੇਗਾ। ਇਹ ਪੰਕਤੀ ਨੂੰ ਇੱਦਾਂ ਵੱਧ ਤਰੀਕੇ ਨਾਲ ਸਮਝਿਆ ਜਾ ਸਕਦਾ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਤੇ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਕਹਿੰਦੇ ਹੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਮੈਂ ਤਾਂ ਤੈਨੂੰ ਉਦੋਂ ਦਾ ਯਾਦ ਕਰਦਾ ਜਦੋਂ ਧਰਤੀ ਦਾ ਨਾਮ ਨਿਸ਼ਾਨ ਤੱਕ ਨਹੀਂ ਸੀ। ਭਾਵ ਕਿ ਤੂੰ ਸਭ ਤੋਂ ਪਹਿਲਾਂ ਹੈ, ਧਰਤੀ ਤਾਂ ਬਾਅਦ 'ਚ ਬਣੀ ਆ। ਇਸ ਕਰਕੇ ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਕੁਦਰਤ ਤਾਂ ਦੂਜੇ ਨੰਬਰ ਤੇ ਆ, ਧਰਤੀ ਬ੍ਰਹਿਮੰਡ ਤਾਂ ਦੂਜੇ ਨੰਬਰ ਤੇ ਆ। ਆਪੀਨੇ ਆਪ ਸਾਜਿਓ, ਮੈਂ ਤੈਨੂੰ ਉਦੋਂ ਦਾ ਯਾਦ ਕਰਦਾ ਵਾਹਿਗੁਰੂ ਭਾਈ ਨੰਦ ਲਾਲ ਜੀ, ਜਦੋਂ ਦਾ ਧਰਤੀ ਆ ਚੰਨ ਆ ਤਾਰੇ ਆ ਸੂਰਜ ਵੀ ਨਹੀਂ ਸੀ। ਭਾਵ ਤੂੰ ਤਾਂ ਬਹੁਤ ਚਰਦਾ ਹੈ, ਤੂੰ ਤਾਂ ਬਹੁਤ ਬਜ਼ੁਰਗ ਆ। ਕਬੀਰ ਸਾਹਿਬ ਜੀ ਰੱਬ ਨੂੰ ਕਹਿੰਦੇ ਨੇ ਤੂੰ ਤਾਂ ਹੱਕਾ ਕਬੀਰ ਆ। ਕਬੀਰ ਦਾ ਨਾਮ ਹੁੰਦਾ ਬਜ਼ੁਰਗ। ਤੂੰ ਤਾਂ ਬਹੁਤ ਪੁਰਾਣਾ ਹੈ, ਅੱਜ ਦਾ ਥੋੜ੍ਹੀ ਆ। ਤਾਂ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਫਰੀਦ ਸਾਹਿਬ ਜੀ ਦਾ ਇੱਕ ਸ਼ਲੋਕ ਆ ਬੜਾ ਸੋਹਣਾ, ਆਪਾਂ ਕਹਿ ਕੇ ਸਮਾਪਤੀ ਕਰ ਦੇਣੀ ਆ, ਕਿਉਂਕਿ ਉਹ ਥੋੜ੍ਹਾ ਜਿਹਾ ਸਰਲ ਹੋ ਜਾਂਦਾ ਹੈ ਸਮਝਣ ਨੂੰ। ਤਾਂ ਆਪਾਂ ਇੱਕ ਸ਼ਲੋਕ ਦੀ ਨਾਲ ਵਿਆਖਿਆ ਕਰਦੇ ਹੁੰਦੇ ਹਾਂ। ਫਰੀਦ ਸਾਹਿਬ ਜੀ ਕਹਿੰਦੇ ਮੈਂ ਇੱਕ ਵਾਰ ਕਿਤੇ ਕਿਸੇ ਕਚਹਿਰੀ ਦੇ ਵਿੱਚ ਗਿਆ, ਉੱਥੇ ਨਾ ਬਾਹਰ ਘੜਿਆਲ ਟੰਗਿਆ ਹੋਇਆ ਸੀ, ਜਿਹਨੂੰ ਆਪਾਂ ਘੰਟੀ ਕਹਿੰਦੇ ਹਾਂ, ਸਕੂਲਾਂ 'ਚ ਜੋ ਵਜਾਈ ਜਾਂਦੀ ਹੈ।
ਕਹਿੰਦੇ ਮੈਂ ਖੜਾ ਤੱਕ ਰਿਹਾ ਸੀ, 1 ਘੰਟੇ ਬਾਅਦ ਉਹਨੂੰ ਉਹ ਖੜਕਾਉਂਦੇ ਸੀ ਕਿ 1 ਘੰਟਾ ਬੀਤ ਗਿਆ, ਫਿਰ 1 ਘੰਟੇ ਬਾਅਦ ਖੜਕਾਉਂਦੇ ਸੀ, ਫਰੀਦਾ ਦਰ ਦਰਵਾਜ਼ੇ ਜਾਏ ਕਹਿ। ਕਹਿੰਦੇ ਹੈ ਬੰਦਿਆ, ਤੂੰ ਕਦੇ ਕਚਹਿਰੀ ਵਿੱਚ ਜਾ ਕੇ ਦੇਖਿਆ ਹੈ? ਉੱਥੇ ਇੱਕ ਕਿਉਂ ਡਿੱਠੋ ਘੜਿਆਲ, ਇੱਕ ਘੜਿਆਲ ਟੰਗਿਆ ਹੁੰਦਾ ਹੈ, ਘੰਟੀ ਟੰਗੀ ਹੁੰਦੀ ਆ, ਤੇ ਉਹਦੇ ਤੇ ਉਹ ਸੱਟ ਮਾਰਦੇ ਨੇ, ਉਹਨੂੰ ਵਜਾਉਂਦੇ ਨੇ। ਫਰੀਦਾ ਦਰ ਦਰਵਾਜ਼ੇ ਜਾਏ ਕਹਿ, ਕਿਉਂ ਡਿੱਠੋ ਘੜਿਆਲ, ਇਹ ਨਿਰਦੋਸ਼ਾਂ ਮਾਰੀਐ, ਹਮ ਦੋਸ਼ਾਂ ਦਾ ਕਿਆ ਹਾਲ। ਫਰੀਦ ਸਾਹਿਬ ਜੀ ਕਹਿੰਦੇ ਮੈਂ ਖੜੇ ਨੇ ਤੱਕਿਆ ਮਨਾ, ਘੜਿਆਲ ਦਾ ਤਾਂ ਕੋਈ ਕਸੂਰ ਵੀ ਹੈ ਨਹੀਂ, ਬੇਦੋਸ਼ਾ ਹੀ ਆ। ਇਹ ਪਿੱਤਲ ਦਾ ਜਿਹੜਾ ਘੜਿਆਲ ਆ, ਇਹਦੀ ਕੋਈ ਗਲਤੀ ਨਹੀਂ, ਕੋਈ ਕਸੂਰ ਨਹੀਂ। ਕਿੰਨੀ ਕੁੱਟ ਪੈਂਦੀ ਹੈ ਇਹਦੇ। ਘੰਟੇ ਬਾਅਦ ਘੜੀਏ ਘੜੀਏ ਮਾਰੀਏ, ਪਹਿਰੀ ਲਹਿ ਸਜਾਏ। ਜਿਵੇਂ 1 ਵੱਜ ਗਿਆ ਉਹ ਫਿਰ ਖੜਕਾਉਂਦੇ ਨੇ, 2 ਵੱਜ ਗਿਆ ਫਿਰ ਖੜਕਾਉਂਦੇ ਨੇ, ਕੋਟੀ ਪਈ ਜਾਂਦੀ ਉਹਦੇ। ਕਹਿੰਦੇ ਮੈਂ ਕਿਹਾ ਮਨਾ, ਘੜੀਏ ਘੜੀਏ ਮਾਰੀਏ, ਪਹਿਰੀ ਲਹਿ ਸਜਾਏ। ਇਹ ਨਿਰਦੋਸ਼ਾਂ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਨਿਰਦੋਸ਼ਿਆਂ ਨੂੰ, ਬੇਦੋਸ਼ਿਆਂ ਨੂੰ ਇੰਨੀ ਕੁੱਟ ਪੈ ਰਹੀ ਆ, ਤੇ ਮੇਰੇ ਵਿੱਚ ਤਾਂ ਔਗਣ ਹੀ ਬਹੁਤ ਨੇ, ਤੇ ਮੇਰੇ ਕੁੱਟ ਬੜੀ ਪੈਣੀ ਆ। ਫਰੀਦ ਸਾਹਿਬ ਜੀ ਨੇ ਮਤਲਬ ਉਹਨਾਂ ਦੀ ਇੱਕ ਸੋਚਣੀ, ਆਪਾਂ ਜਿਵੇਂ ਕਹੀਏ ਪਰਮਾਤਮਾ ਨੂੰ ਕਹਿ ਰਹੇ ਨੇ। ਕਹਿੰਦੇ ਮੈਂ ਘੜਿਆਲ ਦੇ ਕੁੱਟ ਪੈਂਦੀ ਦੇਖੀ ਆ, ਉਹਦਾ ਕੋਈ ਕਸੂਰ ਨਹੀਂ ਕਚਹਿਰੀ ਵਿੱਚ, ਮੇਰੇ ਵਿੱਚ ਤਾਂ ਖੁਦਾ ਕਮੀਆਂ ਹੀ ਬਹੁਤ ਆ, ਮੇਰੇ ਬਹੁਤ ਜ਼ਿਆਦਾ ਪੈਣੀਆਂ ਨੇ। ਇਹ ਨਿਰਦੋਸ਼ਾਂ ਮਾਰੀਐ, ਹਮ ਦੋਸ਼ਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਏ, ਪਹਿਰੀ ਲਹਿ ਸਜਾਏ, ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ। ਤਾਂ ਕਹਿੰਦੇ ਉਹ ਘੜਿਆਲ ਤੋਂ ਸਿੱਖਿਆ ਲੈਣੀ ਚਾਹੀਦੀ ਆ ਬੰਦਿਆ, ਜਿਵੇਂ ਇਹਦੇ ਮਾਰ ਪੈਂਦੀ ਆ, ਜੇ ਤੂੰ ਕੁਝ ਗਲਤ ਕਰੇਗਾ ਤੇਰੇ ਵੀ ਵਕਾਰਾਂ ਦੀ ਮਾਰ ਇੱਦਾਂ ਹੀ ਪੈਣੀ ਆ, ਜਿੱਦਾਂ ਘੜਿਆਲ ਨੂੰ ਥੌੜੀ ਦੇ ਨਾਲ ਕੁੱਟਿਆ ਜਾਂਦਾ ਹੈ, ਮਾਰਿਆ ਜਾਂਦਾ ਹੈ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਦੀ ਜੋ ਸ਼ਾਨ ਹੈ ਪਿਆਰਿਓ, ਐਸੇ ਭਗਤਾਂ ਦੀ ਬੋਲਦਿਆਂ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ। ਮਹਾਰਾਜ ਕਿਰਪਾ ਹੀ ਕਰਨ ਸਾਡੇ ਤੇ, ਸਾਨੂੰ ਆਪਣਾ ਬਸ ਪਿਆਰ ਬਖਸ਼ਣ। ਅਸੀਂ ਅਕਲੋਂ ਹੀਣੇ ਹਾਂ, ਮਤ ਹੀਣੇ ਹਾਂ, ਸਾਨੂੰ ਕੋਈ ਮਤ ਨਹੀਂ। ਹੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਸਾਨੂੰ ਸਮਤ ਹੀ ਬਖਸ਼ੋ। ਆਓ ਪਿਆਰਿਓ ਆਪਾਂ ਰਲ ਮਿਲ ਕੇ ਐਸੇ ਪਾਕ ਪਰਵਦਗਾਰ ਨੂੰ ਯਾਦ ਕਰੀਏ, ਜਿਹੜਾ ਉਦੋਂ ਵੀ ਸੀ ਜਦੋਂ ਸਾਡਾ ਜਨਮ ਨਹੀਂ ਸੀ ਹੋਇਆ, ਅੱਜ ਵੀ ਆ ਉਹ, ਤੇ ਉਦੋਂ ਵੀ ਨਹੀਂ ਹੋਵੇਗਾ ਜਦੋਂ ਅਸੀਂ ਨਹੀਂ ਹੋਵਾਂਗੇ। ਐਸੇ ਮਾਲਕ ਨੂੰ ਯਾਦ ਕਰਨਾ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਸੱਜਣ ਅਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ